ਐਮਰਜੈਂਸੀ ਬਹਾਨੇ ਪ੍ਰਧਾਨ ਮੰਤਰੀ ਦਾ ਕਾਂਗਰਸ ਤੇ ਤਿੱਖਾ ਵਾਰ ਕਿਹਾ। ਇਸ ਕਾਲੇ ਅਧਿਆਇ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। 1975 ਨੂੰ ਅੱਜ ਦੇ ਹੀ ਦਿਨ ਲੱਗੀ ਸੀ ਐਮਰਜੈਂਸੀ। ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਲੈ ਕੇ ਦਿੱਲੀ ਦਰਬਾਰ 'ਚ ਬੈਠਕਾਂ ਦਾ ਦੌਰ ਜਾਰੀ। ਰਾਹੁਲ ਗਾਂਧੀ ਦੇ ਘਰ ਪਹੁੰਚੇ ਕਈ ਸੰਸਦ ਅਤੇ ਵਿਧਾਇਕ। ਬੇਅਦਬੀ ਦੇ ਮੁੱਦੇ ਤੇ ਅਕਾਲੀ ਦਲ ਦਾ ਕਾਂਗਰਸ ਤੇ ਵੱਡਾ ਇਲਜ਼ਾਮ। ਬਾਦਲ ਪਰਿਵਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਿਹਾ ਹੈ ਗਾਂਧੀ ਪਰਿਵਾਰ। ਕਿਹਾ ਸੋਨੀਆ ਗਾਂਧੀ ਨੇ ਕੈਪਟਨ ਨੂੰ ਦਿੱਤਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਗ੍ਰਿਫਤਾਰ ਕਰਨ ਦਾ ਟਾਸਕ। ਨੌਕਰੀ ਵਿਵਾਦ ਨੂੰ ਲੈ ਕੇ ਜਾਖੜ ਅਤੇ ਫਤਿਹ ਜੰਗ ਬਾਜਵਾ ਵਿਚਾਲੇ ਛਿੜੀ ਖੁੱਲੀ ਜੰਗ। ਭਤੀਜੇ ਤੇ ਸਵਾਲ ਚੁੱਕਣ ਤੇ ਭੜਕੇ ਜਾਖੜ। ਕਿਹਾ ਮੇਰੇ ਭਤੀਜੇ ਨੂੰ ਤਰਸ ਨਹੀਂ ਬਲਕਿ ਕਾਬਲੀਅਤ ਦੇ ਆਧਾਰ ਤੇ ਮਿਲਿਆ ਅਹੁਦਾ। ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਬਾਜਵਾ ਪਰਿਵਾਰ ਮੰਗੇ ਮਾਫੀ। ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸੰਕਟ ਦਾ ਮੁੱਖ ਮੰਤਰੀ ਨੇ ਲਿਆ ਨੋਟਿਸ। ਦੁਪਹਿਰ 2 ਵਜੇ ਸੱਦੀ ਅਹਿਮ ਬੈਠਕ। 8 ਘੰਟੇ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨ ਨਾਰਾਜ਼ ਹੋ ਕੇ ਥਾਂ-ਥਾਂ ਤੇ ਕਰ ਰਹੇ ਨੇ ਪ੍ਰਦਰਸ਼ਨ। ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ 'ਚ ਅੱਜ ਹੜਤਾਲ ਤੇ ਡਾਕਟਰ 6ਵੇਂ ਪੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਖਿਲਾਫ ਜਤਾ ਰਹੇ ਨੇ ਨਾਰਾਜ਼ਗੀ। ਮੈਡੀਕਲ ਸੇਵਾਵਾਂ ਪ੍ਰਭਾਵਿਤ। ਪੇ ਕਮਿਸ਼ਨ ਤੇ ਉੱਠ ਰਹੇ ਸਵਾਲਾਂ ਵਿਚਾਲੇ ਐਕਸ਼ਨ 'ਚ ਸਰਕਾਰ। ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ 5 ਮੰਤਰੀਆਂ ਦੀ ਕਮੇਟੀ ਦਾ ਕੀਤਾ ਗਠਨ। ਸ਼ਿਕਾਇਤਾਂ ਸੁਣਨ ਲਈ ਵੀ ਸੀਨੀਅਰ ਅਫਸਰਾਂ ਦੀ ਇੱਕ ਕਮੇਟੀ ਬਣਾਈ। ਹਿਮਾਚਲ 'ਚ ਪੁਲਿਸ ਅਫਸਰਾਂ ਦੀ ਆਪਸੀ ਝੜਪ ਦੇ ਮਾਮਲੇ 'ਚ ਵੱਡਾ ਐਕਸ਼ਨ। ਕੁੱਲੂ ਦੇ ਐਸਪੀ ਅਤੇ ਮੁੱਖ ਮੰਤਰੀ ਦੇ ਪੀਐਸਓ ਕੀਤੇ ਗਏ ਸਸਪੈਂਡ। ਸੀਐਮ ਜੈਰਾਮ ਠਾਕੁਰ ਦੇ ਸਾਹਮਣੇ ਹੋਈ ਸੀ ਝੜਪ। ਦਿੱਲੀ 'ਚ ਆਨਰ ਕਿਲਿੰਗ ਦੇ ਨਾਲ ਦਹਿਸ਼ਤ। ਲਵ ਮੈਰਿਜ ਦੇ 1 ਸਾਲ ਬਾਅਦ ਪਤੀ ਪਤਨੀ ਨੂੰ ਘਰ 'ਚ ਵੜ ਕੇ ਮਾਰੀਆਂ ਗੋਲੀਆਂ। ਪਤੀ ਦੀ ਮੌਤ, ਪਤਨੀ ਦੀ ਹਾਲਤ ਗੰਭੀਰ। ਸੋਨੀਪਤ ਦੇ ਰਹਿਣ ਵਾਲੇ ਸੀ ਦੋਵੇਂ। ਪੰਚਕੂਲਾ 'ਚ ਸ਼ਰਾਬ ਦੇ ਨਸ਼ੇ 'ਚ ਧੁੱਤ ਨੌਜਵਾਨਾਂ ਨੇ ਪੁਲਿਸ ਨਾਲ ਕੀਤੀ ਕੁੱਟਮਾਰ। ਵਰਦੀ ਵੀ ਪਾੜੀ। ਹੰਗਾਮਾ ਕਰ ਰਹੇ ਸ਼ਰਾਬੀਆਂ ਨੂੰ ਫੜਨ ਪਹੁੰਚੇ ਸੀ ਮੁਲਾਜ਼ਮ। ਤਾਂ ਵੱਡੀ ਖਬਰ ਦਾ ਰੁਖ ਕਰਦੇ ਹਾਂ। ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਦੇ ਵਿੱਚ ਬਿਜਲੀ ਸੰਕਟ ਦੇ ਉੱਪਰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੋਟਿਸ ਲਿਆ ਹੈ ਤੇ ਦੁਪਹਿਰ 2 ਵਜੇ ਅਹਿਮ ਬੈਠਕ ਸੱਦੀ ਹੈ। ਬਿਜਲੀ ਸਪਲਾਈ ਦੇ ਮੌਜੂਦਾ ਹਾਲਾਤਾਂ ਤੇ ਇਸ ਬੈਠਕ 'ਚ ਮੰਥਨ ਕੀਤਾ ਜਾਵੇਗਾ। ਪਾਵਰਕਾਮ ਦੇ ਅਧਿਕਾਰੀਆਂ ਦੇ ਨਾਲ ਬੈਠਕ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਝੋਨੇ ਦੇ ਸੀਜ਼ਨ ਲਈ 8 ਘੰਟੇ ਬਿਜਲੀ ਸਪਲਾਈ ਦਾ ਜੋ ਵਾਅਦਾ ਹੈ ਉਹ ਪੂਰਾ ਹੋਣ ਦੇ ਵਿੱਚ ਕਮੀ ਜਿੱਥੇ ਆ ਰਹੀ ਹੈ ਉਸ ਨੂੰ ਲੈ ਕੇ ਚਰਚਾ ਹੋਵੇਗੀ। ਵਾਅਦੇ ਮੁਤਾਬਕ ਬਿਜਲੀ ਸਪਲਾਈ ਕਰਨ ਦੇ ਵਿੱਚ ਪਾਵਰਕਾਮ ਨਾਕਾਮ ਹੋਇਆ ਹੈ ਤੇ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਲੰਬੇ ਬਿਜਲੀ ਦੇ ਕੱਟ ਲੱਗ ਰਹੇ ਨੇ। ਝੋਨਾ ਲਗਾਉਣ ਦੇ ਵਿੱਚ ਕਿਸਾਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਜਿਸ ਦਾ ਅਸਰ ਇਹ ਹੋ ਰਿਹਾ ਹੈ ਕਿ ਕਿਸਾਨਾਂ ਦੇ ਵੱਲੋਂ ਥਾਂ-ਥਾਂ ਤੇ ਨਾਰਾਜ਼ ਹੋ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਕਹਿ ਰਹੇ ਨੇ ਕਿ ਝੋਨੇ ਦੀ ਲਵਾਈ ਵੇਲੇ ਸਰਕਾਰ ਦੇ ਵੱਲੋਂ ਜੋ ਵਾਅਦਾ ਕੀਤਾ ਗਿਆ ਸੀ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਾ ਉਹ ਨਹੀਂ ਕੀਤਾ ਜਾ ਰਿਹਾ। ਕਈ ਪਿੰਡਾਂ ਦੇ ਵਿੱਚ ਤਾਂ ਜੋ ਪਿਛਲੇ 3-3 4-4 ਦਿਨ ਤੋਂ ਲੰਬੇ ਬਿਜਲੀ ਦੇ ਕੱਟ ਲੱਗ ਰਹੇ ਨੇ। ਬਿਜਲੀ ਆ ਹੀ ਨਹੀਂ ਰਹੀ ਹੈ ਤਾਂ ਇਸੇ ਲਈ ਥਾਂ-ਥਾਂ ਤੇ ਪ੍ਰਦਰਸ਼ਨ ਹੋ ਰਹੇ ਨੇ। ਕਿਸਾਨ ਪਰੇਸ਼ਾਨ ਨੇ ਤੇ ਇਸ ਸਭ ਦੇ ਵਿਚਾਲੇ 2 ਵਜੇ ਕੈਪਟਨ ਮੰਥਨ ਕਰਨਗੇ ਪਾਵਰਕਾਮ ਦੇ ਅਧਿਕਾਰੀਆਂ ਦੇ ਨਾਲ। ਰੋਹਿਤ ਬੰਸਲ ਸਾਡੇ ਸਹਿਯੋਗੀ ਜ਼ਿਆਦਾ ਜਾਣਕਾਰੀ ਲਈ ਜੁੜੇ ਨੇ। ਤਾਂ ਰੋਹਿਤ, ਬਿਜਲੀ ਦੀ ਸਪਲਾਈ ਤਾਂ ਪੂਰੀ ਨਹੀਂ ਹੋ ਪਾ ਰਹੀ ਹੈ, ਇਹ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਨੇ। ਹੁਣ ਕੈਪਟਨ ਐਕਸ਼ਨ ਦੇ ਵਿੱਚ ਨੇ, ਕੀ ਕੁਝ ਜਾਣਕਾਰੀ ਇਸ ਮੀਟਿੰਗ ਸੰਬੰਧੀ? ਜੀ ਬਿਲਕੁਲ ਅਮਰਤ, ਜੇਕਰ ਗੱਲ ਕਰੀ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜੀ ਝੋਨੇ ਦੀ ਫਸਲ ਆ ਉਹਦਾ ਸੀਜ਼ਨ ਚੱਲ ਰਿਹਾ ਤੇ ਇਸੇ ਦੇ ਦੌਰਾਨ ਕਿਸਾਨਾਂ ਦੇ ਨਾਲ ਹਰ ਸਾਲ ਇਹ ਗੱਲ ਕਹੀ ਜਾਂਦੀ ਹੈ ਕਿ ਤੁਹਾਨੂੰ 8 ਘੰਟੇ ਤੱਕ ਬਿਜਲੀ ਦਿੱਤੀ ਜਾਏਗੀ ਕਿਉਂਕਿ ਝੋਨੇ ਦੇ ਲਈ ਬਹੁਤ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਹੈ। ਪਰ ਦੂਜੇ ਪਾਸੇ ਪੰਜਾਬ ਤੋਂ ਲਗਾਤਾਰ ਇਸ ਚੀਜ਼ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਜਿਹੜੀਆਂ ਪੰਜਾਬ ਦੇ ਕਿਸਾਨਾਂ ਨੂੰ 8 ਘੰਟੇ ਤੱਕ ਬਿਜਲੀ ਮਿਲਣੀ, ਉਹ ਬਿਜਲੀ ਸਪਲਾਈ ਨਹੀਂ ਮਿਲ ਰਹੀ ਔਰ ਲੰਬੇ ਜਿਹੜੇ ਕੱਟ ਨੇ ਉਹ ਲਗਾਏ ਜਾ ਰਹੇ ਨੇ। ਤਾਂ ਇਸੇ ਚੀਜ਼ ਨੂੰ ਦੇਖਦੇ ਹੋਏ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜੀ 8 ਘੰਟੇ ਦੀ ਬਿਜਲੀ ਨੂੰ ਯਕੀਨੀ ਬਣਾਉਣ ਦੇ ਲਈ ਦੁਪਹਿਰੇ 2 ਵਜੇ ਇੱਕ ਰਿਵਿਊ ਮੀਟਿੰਗ ਰੱਖੀ ਗਈ ਹੈ ਕਿ ਬਿਜਲੀ ਦੀ ਕਿੰਨੀ ਸਪਲਾਈ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਔਰ ਕਿਹੜੀ ਵਜ੍ਹਾ ਦੇ ਕਰਕੇ ਜਿਹੜੀ ਇਹ ਪ੍ਰੋਬਲਮ ਆ ਰਹੀ ਹੈ ਉਸ ਨੂੰ ਸੋਲਵ ਆਊਟ ਕਿੱਦਾਂ ਕਰਨਾ। ਇਹ ਤਮਾਮ ਚੀਜ਼ਾਂ ਜਿਹੜੀਆਂ ਅੱਜ ਦੀ ਮੀਟਿੰਗ ਦੇ ਵਿੱਚ ਵਿਚਾਰੀਆਂ ਜਾਣਗੀਆਂ ਔਰ ਇਸ ਮੀਟਿੰਗ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਜਿਹੜੇ ਤਮਾਮ ਅਧਿਕਾਰੀ ਨੇ ਪੰਜਾਬ ਬਿਜਲੀ ਬੋਰਡ ਦੇ ਉਹ ਇਸ ਮੀਟਿੰਗ ਦੇ ਵਿੱਚ ਮੌਜੂਦ ਰਹਿਣਗੇ। ਜੀ ਅਮਰਿਤ। ਬਿਲਕੁਲ ਰੋਹਿਤ, ਤਾਂ ਕਿਉਂਕਿ ਸ਼ਿਕਾਇਤਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਪਰ ਇਹ ਵੀ ਰੋਹਿਤ ਕਹਿ ਸਕਦੇ ਹਾਂ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਲਗਾਤਾਰ ਨੋਟਿਸ ਲੈ ਰਹੇ ਨੇ ਇੱਕ ਤੋਂ ਬਾਅਦ ਇੱਕ, ਜੋ ਚਾਹੇ ਮੁਲਾਜ਼ਮਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਹੋਣ ਜਾਂ ਫਿਰ ਖਿਡਾਰੀਆਂ ਦੇ ਨਾਲ ਜੋ ਸਲੂਕ ਹੋਇਆ ਹੋਵੇ ਤੇ ਜਾਂ ਫਿਰ ਕਿਸਾਨਾਂ ਨੂੰ ਜੋ ਪਰੇਸ਼ਾਨੀ ਆ ਰਹੀ ਹੋਵੇ। ਜੀ ਬਿਲਕੁਲ, ਜੇਕਰ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਾਵੇ ਤਾਂ ਲਗਾਤਾਰ ਕਾਂਗਰਸ ਦੀਆਂ ਆਪਣੀਆਂ ਰਿਵਿਊ ਮੀਟਿੰਗਾਂ ਚੱਲ ਰਹੀਆਂ ਸੀ ਔਰ ਜ਼ਿਆਦਾਤਰ ਜਿਸ ਤਰ੍ਹਾਂ ਦਿੱਲੀ ਸ਼ਿਕਾਇਤਾਂ ਪਹੁੰਚੀਆਂ ਜਾਂ ਜਿਹੜੇ ਐਮਐਲਏ ਨੇ ਸ਼ਿਕਾਇਤਾਂ ਲਾਈਆਂ ਤਾਂ ਉਸ ਦਾ ਇੱਕ ਅਸਰ ਪੰਜਾਬ ਦੇ ਵਿੱਚ ਸਾਫ਼ ਤੌਰ ਤੇ
ਦੇਖਣ ਨੂੰ ਮਿਲ ਰਿਹਾ। ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੱਖ-ਵੱਖ ਵਾਅਦਿਆਂ ਨੂੰ ਲੈ ਕੇ ਡੈਡਲਾਈਨ ਤਿਆਰ ਕੀਤੀ ਗਈ ਹੈ ਕਿ ਤੁਸੀਂ ਇਹ ਵਾਅਦੇ ਪੂਰੇ ਕਰੋ ਔਰ ਇਹ ਮੰਗਾਂ ਜਿਹੜੀਆਂ ਉਹਨਾਂ ਨੂੰ ਪੂਰਾ ਕੀਤਾ ਜਾਵੇ, ਤਾਂ ਕੈਪਟਨ ਅਮਰਿੰਦਰ ਸਿੰਘ ਇੱਕ ਤਰੀਕੇ ਦੇ ਨਾਲ ਐਕਸ਼ਨ ਦੇ ਵਿੱਚ ਨਜ਼ਰ ਆਉਂਦੇ ਦਿਖਾਈ ਦੇ ਰਹੇ ਨੇ। ਜਿਸ ਤਰ੍ਹਾਂ ਕੱਲ ਦੀ ਗੱਲ ਕਰੀਏ ਤਾਂ ਕੱਲ ਇੱਕ ਪਲੇਅਰਾਂ ਦੇ ਨਾਲ ਗੱਲਬਾਤ ਕਰਦੇ ਨੇ, ਉਸ ਤੋਂ ਪਹਿਲਾਂ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਦੇ ਨੇ, ਔਰ ਹੁਣ ਸਿੱਧੇ ਤੌਰ ਤੇ ਜਿਹੜੀ ਇੱਕ ਕਿਸਾਨੀ ਹੈ, ਕਿਉਂਕਿ ਪੰਜਾਬ ਦੇ ਵਿੱਚ ਇੱਕ ਵੱਡਾ ਮੁੱਦਾ ਹੈਗਾ ਕਿਸਾਨੀ ਨੂੰ ਲੈ ਕੇ, ਬਹੁਤ ਸਾਰੀਆਂ ਸਰਕਾਰਾਂ ਦੇ ਤਖਤੇ ਪਲਟੇ ਨੇ, ਤਾਂ ਕਿਸਾਨੀ ਦੇ ਮੁੱਦੇ ਨੂੰ ਵੀ ਇੱਕ ਵੱਡਾ ਦੇਖਦੇ ਹੋਏ ਅੱਜ ਜਿਹੜੀ ਕਿਸਾਨੀ ਦੇ ਲਈ ਬਿਜਲੀ ਯਕੀਨੀ ਬਣਾਉਣ ਦੇ ਲਈ ਰਿਵਿਊ ਮੀਟਿੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ, ਤਾਂ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਖੁਸ਼ ਰੱਖਿਆ ਜਾ ਸਕੇ। जी रोहित, शुक्रिया फिलहाल इस तमाम जानकारी दे लई। तां झोने दे सीजन दे दौरान जो निर्विघन बिजली मिलन दे विच परेशानी आ रही है उस नूं लैके अज 2 वजे कैप्टन अमरिंदर सिंह दे वल्लों पावरकॉम दे अधिकारियों दे नाल बैठक सद्दी गई है। उधर गल करते हैं प्रधानमंत्री नरेंद्र मोदी दी, जिन्हां ने एमरजेंसी दे बहाने कांग्रेस ते तिखा वार कीता है। कहा इस काले अध्याय नूं कदे नहीं भुलाया जा सकता। प्रधानमंत्री ने कहा भारत दे लोकतंत्र ते वड्डा प्रहार होया सी, लोकतंत्र दी मजबूती दा संकल्प लैण दी हुण उन्हां ने अपील कीती है। कहा 1975 दे विच अज दे दिन ही एमरजेंसी लगी सी ते 46 साल पहलां तत्काली प्रधानमंत्री इंदिरा गांधी ने लगाई एमरजेंसी, जिस नूं कदे भी भुलाया नहीं जा सकदा। ਉਹ ਕਾਲੇ ਅੱਖਰਾਂ ਦੇ ਵਿੱਚ ਜੋ ਦਿਨ ਹੈ ਇਤਿਹਾਸ ਦੇ ਵਿੱਚ ਵੀ ਲਿਖਿਆ ਗਿਆ ਤੇ ਇਸ ਕਾਲੇ ਅਧਿਆਇ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਲੋਕਤੰਤਰ ਦੀ ਮਜ਼ਬੂਤੀ ਦਾ ਸੰਕਲਪ ਲੈਣ ਦੀ ਸਾਰਿਆਂ ਨੂੰ ਅਪੀਲ ਕੀਤੀ ਹੈ। ਤਾਂ ਦੱਸ ਦਈਏ ਕਿ 1975 ਦੇ ਵਿੱਚ ਅੱਜ ਦੇ ਦਿਨ ਹੀ ਐਮਰਜੈਂਸੀ ਲਗਾਈ ਗਈ ਸੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੱਲੋਂ। ਤਾਂ ਪ੍ਰਧਾਨ ਮੰਤਰੀ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਐਮਰਜੈਂਸੀ ਦੇ ਕਾਲੇ ਦਿਨਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਸਾਲ 1975 ਤੋਂ 1977 ਦੇ ਦੌਰਾਨ ਸਾਡੇ ਦੇਸ਼ ਨੇ ਦੇਖਿਆ ਕਿ ਕਿਵੇਂ ਸੰਸਥਾਵਾਂ ਦਾ ਵਿਨਾਸ਼ ਕੀਤਾ ਗਿਆ। ਆਓ ਅਸੀਂ ਸੰਕਲਪ ਲੈਂਦੇ ਹਾਂ ਕਿ ਭਾਰਤ ਦੀ ਲੋਕਤੰਤਰਿਕ ਭਾਵਨਾ ਨੂੰ ਮਜ਼ਬੂਤ ਬਣਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਤੇ ਸੰਵਿਧਾਨ 'ਚ ਤੈਅ ਕੀਤੇ ਗਏ ਮੁੱਲਾਂ ਦੇ ਅਨੁਸਾਰ ਰਹਾਂਗੇ। ਕਾਂਗਰਸ ਨੇ ਸਾਡੇ ਲੋਕਤੰਤਰ ਨੂੰ ਕੁਚਲਿਆ ਹੈ। ਅਸੀਂ ਉਹਨਾਂ ਸਾਰੀਆਂ ਹਸਤੀਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਐਮਰਜੈਂਸੀ ਦਾ ਵਿਰੋਧ ਕੀਤਾ ਅਤੇ ਭਾਰਤੀ ਲੋਕਤੰਤਰ ਦੀ ਰੱਖਿਆ ਕੀਤੀ। एक बार फिर तो जो है एमरजेंसी के दिनों को याद करदे होए प्रधानमंत्री दे वल्लों कांग्रेस ते निशाना साधिया गया है। तत्काली प्रधानमंत्री इंदिरा गांधी ते उन्होंने कहा कि जो एमरजेंसी 1975 च अज दे दिन ही लगाई गई सी उस काले दिन नूं ते इस काले अध्याय नूं कदे भी भुल्लिया नहीं जा सकता। ते सारिआं नूं अपील कीती है कि आओ असीं जो है वो संकल्प लैने हां लोकतंत्र दी मजबूती दा। तो एमरजेंसी के बहाने प्रधानमंत्री के वलों कांग्रेस से तिखा वार किया गया है कि इस काले अध्याय को कदे भी नहीं भुलाया जा सकता। तो 1975 के विच अज दे दिन एमरजेंसी लगाई सी जिस नूं लैके प्रधानमंत्री के वलों वार किया गया है। तो उधर पंजाब कांग्रेस के कलेश की गल करते हैं जो जारी है, तो नाल ही जारी है मंथन, जारी है बैठकों का दौर हाईकमान के वलों। जी हाँ, अज फिर तो दिल्ली के मैराथन बैठक चल रही ने। राहुल गांधी के घर कई सांसद और विधायक पहुंचे हुए ने। शमशेर दूलो, विजयइंदर सिंगला, राणा गुरजीत, हरदेव लाडी, लखबीर लखा ये राहुल गांधी के घर पहुंचे हुए ने। इस तो पहला भी राहुल गांधी के वलों कई जो सांसद ने, कई विधायक ने उन्होंने नाल मुलाकात करके मौजूदा हालातों के उपर चर्चा की है। जो कलेश है उसनूं किस तरह सुलझाया जाए वो मंथन किया है। नाराजगी जिन्होंने विधायकों की कैप्टन अमरिंदर सिंह के नाल है वो नाराजगी क्यों है तो उसनूं किस तरह दूर किया जा सकता है। तो राणा गुरजीत सिंह दी तस्वीरां तुसीं देखियां जिहड़े राहुल गांधी के निवास से पहुंचे ने मुलाकात करने के लिए, क्योंकि राणा गुरजीत की भी पिछले दिनों के नाराजगी कैप्टन अमरिंदर सिंह के नाल सामने आई थी। हालांकि राणा गुरजीत कैप्टन अमरिंदर सिंह के बेहद करीबी ने, पर पिछले दिनों के राणा गुरजीत की नाराजगी दी खबरां सामने आईयां। इस तो इलावा विजयइंदर सिंगला, हरदेव लाडी, लखबीर लखा ते शमशेर दूलो। शमशेर दूलो एक वो नाम है जिहड़े अक्सर हाईकमान दे नाल मुलाकात करते रहंदे ने ते अक्सर जो है वो अपनी नाराजगी भी दिखाउंदे रहंदे ने। ते हुण एक बार फिर तो पहुंचे हुए ने ये मंत्री अते जो विधायक ने राहुल गांधी दे नाल मुलाकात करन दे लई। तां सीधा रुख करदे हां रवि मिश्रा साडे सहयोगी दिल्ली तो ज़्यादा जानकारी लई जुड़े ने। तो रवि, लगातार जो लिस्ट है वो लंबी भी है और एक एक करके कोशिश हाईकमान की ओर से की जा रही है कि सबके साथ मुलाकात करके उनकी बात सुनी जाए और इस संकट से निकला जाए। फिलहाल क्या कुछ जानकारी है इस मीटिंग को लेकर? बिल्कुल अमृत, दिखा देना चाहूँगा आपको कि इस वक्त मैं राहुल गांधी के निवास स्थान पर मौजूद हूँ।
ये तुगलक रोड का निवास स्थान है जहां पर राहुल गांधी रहते हैं और लगातार यहां पर जो कांग्रेस विधायकों का जो सिलसिला है मुलाकात का वो बदस्तूर शुरू हो चुका है। आपको बता दूं कि तमाम विधायक यहां पर पहुंच चुके हैं। लखबीर सिंह जो कि विधायक हैं वो यहाँ पहुँच चुके हैं। विजय इंद्र सिंगला, शमशेर सिंह ढुल्लो यहाँ पर पहुँच चुके हैं। राणा गुरजीत सिंह यहाँ पर पहुँच चुके हैं और मुलाकात का सिलसिला जारी है। आपको बता दूं कि बीते 2 दिन पहले भी लगातार यहाँ पर जो विधायक हैं, जो मंत्री हैं पंजाब कांग्रेस के, वो यहाँ पर पहुँचे। उन्होंने राहुल गांधी से मुलाकात की और आज भी आलाकमान से मुलाकात का सिलसिला चल रहा है। क्या बातें हो रही हैं, क्या विचार विमर्श हो रहा है, बिल्कुल पंजाब के राजनीतिक दृष्टिकोण से देखा जाए तो ये मुलाकातें काफ़ी अहम मानी जा रही हैं। जो आंतरिक कलह बीते कुछ दिनों से चल रहा है पंजाब में, उसको सुलझाने के लिए 3 सदस्यीय कमेटी बनाई गई। कमेटी ने अपनी रिपोर्ट दे दी है, मगर उसके बाद भी जो विधायक हैं, जो सांसद हैं, वो मंत्री हैं, वो लगातार आलाकमान से मुलाकात कर रहे हैं और तमाम गतिविधियों पे जो यथास्थिति है पंजाब कांग्रेस की, उन सब पर चर्चा हो रही है। और राहुल गांधी को 1-to-1 समय दिया जा रहा है और राहुल गांधी एक को समय देकर उनसे बातचीत कर रहे हैं और जल्द से जल्द यानी 2022 के आगामी विधानसभा चुनाव से पहले आलाकमान चाहता है कि इन तमाम जो अटकलें हैं, जो आपसी मतभेद हैं, मनभेद हैं, उनको वक्त रहते ही सुलझा लिया जाए। अब देखना ये होगा कि ये जो विधायक अंदर मुलाकात कर रहे हैं राहुल गांधी से, मुलाकात के बाद मीडिया से जब रूबरू होते हैं तो क्या कुछ कहते हैं। जी बिल्कुल रवि, क्योंकि इनमें से अगर हम बात की जाए शमशेर दूलो की, तो वो लगातार आलाकमान से बात भी करते हैं और उनकी नाराजगी भी समय समय पर दिखती रहती है। दूसरी ओर अगर बात की जाए राणा गुरजीत की, तो विजेंद्र सिंगला, हालांकि ये कैप्टन के करीबी भी रहे हैं, लेकिन पिछले समय में क्योंकि नाराजगी की खबरें इनकी भी सामने आई थी, क्योंकि ज्यादातर विधायकों की नाराजगी है कि कैप्टन मुलाकात के लिए उन्हें समय नहीं देते हैं या फिर उनकी बात नहीं सुनी जाती है। तो जाहिर सी बात है कि अब जब कैप्टन के आगे सुनवाई नहीं होती तो राहुल गांधी के आगे अपना दुख जरूर ये फरोलेंगे। बिल्कुल, देखिए जब तमाम विधायक जब मुलाकात करके बाहर निकलते हैं तो मीडिया से बातचीत करते हैं। अंदर क्या बातचीत हुई, किन मुद्दों पे चर्चा हुई, विचार विमर्श हुआ, उस पर मीडिया को वो अपडेट भी देते हैं कि भैया हमारी ये बातचीत हुई, हम चाहते हैं कि पार्टी एक है मगर ये आपसी कलह है वो सुलझा लिया जाए। मुद्दे क्या हैं? मुद्दे बहुत सारे हैं। बात करें बेअदबी का मुद्दा है, बात करें घर घर नौकरी का मुद्दा है, बात करें नौकरशाही का मुद्दा है, तो वहीं दूसरी तरफ जो ड्रग्स पैडलर है उनका भी मुद्दा है। नवजोत सिंह सिद्धू जो कांग्रेस के बड़े आला नेता हैं, उन्होंने भी मीडिया के सामने जग जाहिर होकर पार्टी की आपस की बात बोली और पार्टी पर कहीं ना कहीं आरोप भी लगाए। तो ये आंतरिक कलह आलाकमान चाहते हैं कि इसको सुलझा लिया जाए। आखिर क्या बात है कि पार्टी के अपने ही नेता पार्टी के खिलाफ आवाज़ उठा रहे हैं, इसीलिए दिल्ली में ये बैठक काफ़ी महत्वपूर्ण मानी जा रही है। आप देख सकते हैं कि लगातार राहुल गांधी के घर पर ये मुलाकात चल रही है और इस मुलाकात में उन तमाम मुद्दों पर बात होगी जो आपसी मतभेद चल रहे हैं कांग्रेस के आलाकमान के साथ, जो नेता हैं उनके साथ, जो मुद्दे हैं उनको सुलझाने की कोशिश की जा रही है कि 2022 के विधानसभा चुनाव काफ़ी महत्वपूर्ण बताए जा रहे हैं और उससे पहले कांग्रेस को एकजुट होकर मैदान में उतरना होगा। मगर जब तक ये आपसी लड़ाई चलेगी, ये आपसी मतभेद चलेंगे, तो चुनाव में खड़ा होना काफ़ी मुश्किल है। शायद यही चिंता आलाकमान को सता रही है और इसीलिए कैप्टन अमरिंदर सिंह को 2 बार दिल्ली तलब किया गया। वो कमेटी के सामने पेश हुए मगर आलाकमान से नहीं मिल पाते हैं। इसके पीछे की भी काफ़ी वजह है कि आखिर उनका दिल्ली आना और मुलाकात न होना किस और इशारा करता है। नवजोत सिंह सिद्धू को तलब किया जा सकता है, आज कल 2 दिन के अंदर वो दिल्ली आ सकते हैं, राहुल गांधी से मुलाकात कर सकते हैं, उनका भी पक्ष सुना जाएगा। यहाँ जो विधायक हैं वो 2 खेमों में बटे हुए हैं, कुछ खेमा कैप्टन अमरिंदर की तरफ है, कुछ लोग सिद्धू की तरफ है। मगर यहाँ से निकलने वाले सांसदों ने, विधायकों ने, मंत्रियों ने तमाम बातें की। उन्होंने ये कहा कि पार्टी के खिलाफ सिद्धू को इस तरीके से बयानबाजी नहीं करनी चाहिए। अगर कोई मुद्दा है तो बिल्कुल रवि, तो अब नजर जरूर बनी रहेगी कि आज जो विधायक या जो सांसद पहुंचे हुए हैं वो मुलाकात करने के बाद आकर किस तरह का प्रतिक्रम उनका रहता है, क्योंकि डैमेज कंट्रोल की कोशिश तो अब हाईकमान की ओर से की जाती है, लेकिन ये कितनी जल्दी कामयाब होती है ये देखना होगा। शुक्रिया रवि फिलहाल इस तमाम जानकारी के लिए। राहुल गांधी के घर दे बाहर दी तस्वीरां ਤੁਹਾਨੂੰ ਦਿਖਾਈਆਂ ਜਿੱਥੇ लगातार जो विधायकों के सांसदों के पहुंचण का सिलसिला जारी है ते नाल ही जारी है
ਮੈਰਾਥਨ ਬੈਠਕਾਂ ਦਾ ਦੌਰ ਤਾਂ ਸ਼ਮਸ਼ੇਰ ਦੂਲੋ, ਵਿਜੇਂਦਰ ਸਿੰਗਲਾ, ਰਾਣਾ ਗੁਰਜੀਤ, ਹਰਦੇਵ ਲਾਡੀ, ਲਖਬੀਰ ਲੱਖਾ ਅੱਜ ਮੁਲਾਕਾਤ ਰਾਹੁਲ ਗਾਂਧੀ ਦੇ ਨਾਲ ਕਰਨਗੇ। ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ, ਮਨਪ੍ਰੀਤ ਬਾਦਲ, ਸੁਨੀਲ ਜਾਖੜ ਦੇ ਨਾਲ ਤੇ ਹੋਰ ਕਈ ਵਿਧਾਇਕਾਂ ਦੇ ਨਾਲ ਵੀ ਰਾਹੁਲ ਗਾਂਧੀ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ। ਤੇ ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ।